ਹੁਣ ਅਸੀਂ ਕਰਨ ਜਾ ਰਹੇ ਹਾਂ ਕੁਆਂਟਮ ਮਕੈਨੀਕਲ ਵਿਊ ਪੁਆਇੰਟ ਕਲੋਜ਼ਡ ਬਾਕਸ ਵਾਲੀ ਜਿਹੜੀ ਸਾਡੀ ਪ੍ਰੋਬਲਮ ਹੈਗੀ ਆ 1 ਡਾਇਮੈਂਸ਼ਨਲ ਇਨਫਾਈਨਾਈਟ ਵੈਲ ਉਸ ਦੇ ਬਾਰੇ ਵਿੱਚ। ਤੁਹਾਨੂੰ ਪਤਾ ਹੈ ਕਿ 1 ਡਾਇਮੈਂਸ਼ਨਲ ਸ਼੍ਰੋਡਿੰਜਰ ਵੇਵ ਇਕੁਏਸ਼ਨ ਜਿਹੜੀ ਟਾਈਮ ਇੰਡੀਪੈਂਡੈਂਟ ਹੈ ਉਹ ਅਸੀਂ ਇਸ ਇਕੁਏਸ਼ਨ ਦੇ ਨਾਲ ਅਸੀਂ ਉਹਨੂੰ ਲਿਖਦੇ ਹਾਂ। ਅਗਰ ਅਸੀਂ ਵੈਲ ਦੇ ਅੰਦਰ ਦੀ ਗੱਲ ਕਰੀਏ ਇਨਸਾਈਡ ਦ ਵੈਲ, ਇਹ ਸਾਰਾ ਜਿਹੜਾ ਪਾਰਟ ਹੈ ਇਹ ਸਾਰੇ ਦੇ ਵਿੱਚ ਜਿਹੜਾ Vx ਹੈ ਉਹ 0 ਹੈ, ਇਹ 0 ਹੈ ਤਾਂ ਇਸ ਲਈ ਫਿਰ ਇਸ ਦੀ ਵੈਲਿਊ ਜਿਹੜੀ ਹੈ ਉਹ 0 ਹੋ ਜਾਏਗੀ। ਤਾਂ ਤੁਹਾਡੇ ਕੋਲ d2 psi by dx square plus 2m by h cut square e psi ਆ ਜਾਏਗਾ, ਇਹ ਵਾਲੀ ਚੀਜ਼ 0 ਹੋ ਜਾਏਗੀ। ਤਾਂ ਜਿਹੜੇ ਇਹ ਵਾਲਾ ਸਾਰਾ ਪਾਰਟ ਹੈਗਾ ਇਸ ਪਾਰਟ ਨੂੰ ਅਸੀਂ ਇੱਕ ਕੌਂਸਟੈਂਟ ਦਾ ਸਕੁਆਇਰ ਫਿਲ ਕਰ ਦਿੱਤਾ ਸੋ ਦੈਟ ਕਿ ਇਹ ਵਾਲੀ ਜਿਹੜੀ ਇਕੁਏਸ਼ਨ ਹੈ ਇਹ ਤੁਹਾਡੀ ਬਣ ਜਾਏ ਸਿੰਪਲ ਹਾਰਮੋਨਿਕ ਜਿਹੜਾ ਮੋਸ਼ਨ ਹੈ ਉਹਦੀ ਇਕੁਏਸ਼ਨ ਬਣ ਜਾਏ। ਤਾਂ k ਦੀ ਵੈਲਿਊ ਇਹ ਵਾਲੀ ਹੈਗੀ ਹੈ ਤੁਹਾਡੇ ਕੋਲ। ਤਾਂ ਇਸ ਤਰ੍ਹਾਂ ਕਰਕੇ ਤੁਹਾਡੇ ਕੋਲ ਜਿਹੜਾ ਸਾਈ ਹੈ ਉਹ ਤੁਹਾਡੇ ਕੋਲ ਉਹਦਾ ਜਿਹੜਾ ਸੋਲਿਊਸ਼ਨ ਹੈ ਉਹ ਤੁਸੀਂ ਦੇ ਸਕਦੇ ਹੋ ਸਾਈਨ ਔਰ ਕੋਸਾਈਨ ਦੇ ਮਿਕਸਡ ਫੰਕਸ਼ਨਸ ਦੇ ਨਾਲ, ਕਿਉਂਕਿ ਕੰਪਲੀਟ ਸੋਲਿਊਸ਼ਨ ਦੇਖੋ ਪੀਰੀਓਡਿਕ ਜਿਹੜਾ ਸਿੰਪਲ ਹਾਰਮੋਨਿਕ ਮੋਸ਼ਨ ਹੈ ਉਹ ਪੀਰੀਓਡਿਕ ਹੁੰਦਾ ਹੈ, ਪੀਰੀਓਡਿਕ ਮੋਸ਼ਨ ਹੈ ਮਤਲਬ ਇੱਕ ਐਕਸਟ੍ਰੀਮ ਤੋਂ ਦੂਸਰੇ ਐਕਸਟ੍ਰੀਮ 'ਤੇ ਜਾਂਦਾ ਹੈ, ਫਿਰ ਮਤਲਬ ਐਕਸਟ੍ਰੀਮ ਤੋਂ ਮੀਨ ਟੂ ਦੈਨ ਅਗੇਨ ਐਕਸਟ੍ਰੀਮ ਤੋਂ ਅਗੇਨ ਮੀਨ ਤੋਂ ਫਿਰ ਐਕਸਟ੍ਰੀਮ। ਤਾਂ ਇਸ ਤਰੀਕੇ ਨਾਲ ਇਸ ਤਰ੍ਹਾਂ ਦਾ ਜਿਹੜਾ ਮੋਸ਼ਨ ਹੈ ਤੁਹਾਨੂੰ ਤੁਸੀਂ ਇਹ ਚੀਜ਼ ਕਾਫੀ ਮਤਲਬ ਇਨ ਡੈਪਥ ਪੜ੍ਹੀ ਹੋਈ ਹੈ ਕਿ ਕਿਉਂਕਿ ਉਹ ਪੀਰੀਓਡਿਕ ਫੰਕਸ਼ਨ ਹੈ ਤਾਂ ਇਸ ਲਈ ਉਹਦਾ ਜਿਹੜਾ ਸੋਲਿਊਸ਼ਨ ਹੈ ਉਹ ਕੋਈ ਹੋਰ ਪੀਰੀਓਡਿਕ ਫੰਕਸ਼ਨ ਹੋਣਾ ਚਾਹੀਦਾ ਹੈ, ਤਾਂ ਵੈਦਰ ਇਟ ਕੁਡ ਬੀ ਸਾਈਨ ਔਰ ਕੋਸਾਈਨ। ਪਰ ਜਦੋਂ ਅਸੀਂ ਕੰਪਲੀਟ ਸੋਲਿਊਸ਼ਨ ਲਿਖਣਾ ਹੁੰਦਾ ਉਦੋਂ ਫਿਰ ਅਸੀਂ ਇੱਕ ਲੀਨੀਅਰ ਕੰਬੀਨੇਸ਼ਨ ਆਫ ਦੀਸ ਟੂ ਫੰਕਸ਼ਨਸ ਲਿਖਦੇ ਹਾਂ ਸੋ ਦੈਟ ਕਿ ਕੁਛ ਵੀ ਜਿਹੜੀ ਚੀਜ਼ ਹੈ ਉਹ ਸਾਡੇ ਕੋਲ ਨਾ ਮਿਸ ਹੋਵੇ। ਹੁਣ ਇਹਦੇ ਵਿੱਚ A ਔਰ B ਜਿਹੜੇ ਨੇ ਉਹ ਸਾਡੇ ਕੋਲ ਕੌਂਸਟੈਂਟਸ ਹੈਗੇ ਆ। ਹੁਣ ਅਸੀਂ ਕਰਨਾ ਇਹ ਸਾਰੇ ਦੇ ਵਿੱਚ ਪ੍ਰੋਬਲਮ ਦੇ ਵਿੱਚ ਅਸੀਂ ਬੇਸਿਕਲੀ ਵੀ ਆਰ ਇੰਟਰਸਟਿਡ ਟੂ ਫਾਈਂਡ ਦ ਵੈਲਿਊ ਆਫ ਸਾਈ। ਅਸੀਂ ਸਾਈ ਦੀ ਕੰਪਲੀਟ ਵੈਲਿਊ ਫਾਈਂਡ ਆਊਟ ਕਰਨੀ ਹੈ ਜਿਹਦੇ ਵਿੱਚ ਅਸੀਂ A ਵੀ ਪਤਾ ਕਰਾਂਗੇ B ਵੀ ਪਤਾ ਕਰਾਂਗੇ। K ਦੀ ਚਲੋ ਵੈਲਿਊਜ਼ ਤਾਂ ਤੁਹਾਡੇ ਕੋਲ ਇਸ ਤਰੀਕੇ ਨਾਲ ਤੁਹਾਡੇ ਕੋਲ ਹੈਗੀਆਂ ਨੇ ਬਟ ਇਹਨੂੰ ਸਟਿਲ ਹੋਰ ਜ਼ਿਆਦਾ ਅਸੀਂ ਅੱਛੇ ਤਰੀਕੇ ਨਾਲ ਇਲੈਬੋਰੇਟ ਜਿਹੜਾ ਉਹ ਕਰਾਂਗੇ। ਤਾਂ ਕਦੀ ਵੀ ਜਦੋਂ ਤੁਸੀਂ ਕੌਂਸਟੈਂਟਸ ਦੀ ਵੈਲਿਊ ਪਤਾ ਕਰਨੀ ਹੁੰਦੀ ਹੈ ਤਾਂ ਉਹਦੇ ਲਈ ਤੁਹਾਨੂੰ ਖੁਦ ਦੇ ਕੋਲੋਂ ਕੁਛ ਜਿਹੜਾ ਇਹਦੇ ਵਿੱਚ ਜਿਹੜਾ ਵਾ ਕੰਪਲੀਟ ਇਹਨੂੰ ਕਰਨਾ ਪੈਂਦਾ। ਤਾਂ ਅਸੀਂ ਕਹਿ ਰਹੇ ਹਾਂ ਕਿ ਜਿਹੜਾ ਪਾਰਟੀਕਲ ਹੈ ਉਹ ਬਾਕਸ ਦੇ ਅੰਦਰ ਹੈਗਾ ਹੈ ਕਿਉਂਕਿ ਇਹ ਜਿਹੜੇ ਵਾਲਸ ਨੇ ਇਹਨਾਂ ਦੇ ਉੱਪਰ ਇਨਫਾਈਨਾਈਟ ਪੋਟੈਂਸ਼ੀਅਲ ਦਾ ਬੈਰੀਅਰ ਹੈ ਕਿ ਇਨਫਾਈਨਾਈਟ ਪੋਟੈਂਸ਼ੀਅਲ ਬਹੁਤ ਹੀ ਜ਼ਿਆਦਾ ਪੋਟੈਂਸ਼ੀਅਲ ਹੈ ਜਿਹੜਾ ਕਿ ਉਸ ਨੂੰ ਇਸ ਤਰਫ ਨਹੀਂ ਜਾਣ ਦੇ ਰਿਹਾ, ਇਹਨੂੰ ਵਾਪਸ ਇਸ ਤਰਫ ਧਕੇਲ ਰਿਹਾ। ਤਾਂ ਕਲਾਸੀਕਲ ਵਿਊ ਪੁਆਇੰਟ ਮੈਂ ਤੁਹਾਨੂੰ ਹੁਣੇ ਕਰਵਾਇਆ ਜਿਹਦੇ ਵਿੱਚ ਇਹ ਹੈ ਕਿ ਟੂ ਐਂਡ ਫਰੋ ਮੋਸ਼ਨ ਜਿਹੜਾ ਇਸ ਤਰੀਕੇ ਨਾਲ ਜਿਹੜਾ ਉਹਦਾ ਪਾਰਟੀਕਲ ਦਾ ਉਹ ਹੋ ਜਾਏਗਾ। ਤਾਂ ਇਹਦੇ ਮਤਲਬ ਇਹ ਹੈਗਾ ਹੈ ਕਿ ਜਿਹੜਾ ਸਾਈ ਐਕਸ ਫੰਕਸ਼ਨ ਹੈ ਉਹ 0 ਹੈਗਾ ਆਊਟਸਾਈਡ ਦਾ ਬਾਕਸ, ਕਿਉਂਕਿ ਤੁਸੀਂ ਦੇਖੋ ਕਿਉਂਕਿ ਸਾਡੇ ਇਹ ਦੋਨੋਂ ਇਨਫਾਈਨਾਈਟ ਪੋਟੈਂਸ਼ੀਅਲ ਨੇ ਤਾਂ ਬਾਹਰ ਆਉਣ ਦੀ ਪ੍ਰੋਬਿਲਿਟੀ ਤਾਂ ਹੈ ਹੀ ਨਹੀਂ। ਅਗਰ ਬਾਹਰ ਆਉਣ ਦੀ ਪ੍ਰੋਬਿਲਿਟੀ ਨਹੀਂ ਹੈ ਤਾਂ ਇਹਦਾ ਮਤਲਬ ਜਿਹੜਾ ਇਹ ਵਾਲਾ ਸਾਈ ਫੰਕਸ਼ਨ ਹੈ ਇਟ ਮਸਟ ਬੀ 0 ਆਊਟਸਾਈਡ ਦਿਸ ਬਾਕਸ। ਠੀਕ ਹੈ ਜੀ। ਤਾਂ ਹੁਣ ਅਸੀਂ ਇਹ ਦੋ ਕੰਡੀਸ਼ਨ ਜਿਹੜੀਆਂ ਲਗਾ ਕੇ ਅਸੀਂ A B ਜਿਹੜੇ ਕੌਂਸਟੈਂਟਸ ਨੇ ਉਹਨਾਂ ਦੀ ਜਿਹੜੇ ਵੈਲਿਊਜ਼ ਨੇ ਉਹ ਅਸੀਂ ਪਤਾ ਕਰਾਂਗੇ। ਤਾਂ ਨੈਕਸਟ ਜਿਹੜਾ ਹੈ ਉਹ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਿਹੜਾ ਵੇਵ ਫੰਕਸ਼ਨ ਹੈ ਉਹ ਕੰਟੀਨਿਊਸ ਵੀ ਹੋਣਾ ਚਾਹੀਦਾ ਬਾਊਂਡਰੀਜ਼ 'ਤੇ। ਤਾਂ ਇਹਦਾ ਮਤਲਬ ਇਹ ਹੈ ਕਿ ਇਹ 0 ਹੋਣਾ ਚਾਹੀਦਾ x = 0 'ਤੇ ਵੀ ਅਤੇ x = A ਦੇ ਉੱਪਰ ਵੀ ਇਹਦੀ ਵੈਲਿਊ ਜਿਹੜੀ ਹੈ ਉਹ 0 ਹੋਣੀ ਚਾਹੀਦੀ ਹੈ। ਇਹ ਦੋ ਜਿਹੜੇ ਕੰਡੀਸ਼ਨਸ ਨੇ ਤਾਂ ਉਹਨਾਂ ਨੂੰ ਅਸੀਂ ਬਾਊਂਡਰੀ ਕੰਡੀਸ਼ਨਸ ਬੋਲਦੇ ਹਾਂ। ਤਾਂ ਉਹਦੇ ਲਈ ਇਹ ਜਿਹੜੀ ਕੰਡੀਸ਼ਨਸ ਹੈ ਅਸੀਂ ਲਗਾ ਕੇ ਅਸੀਂ ਇਵੈਲੂਏਟ ਕਰਾਂਗੇ એનર્ਜੀ ਆਫ ਦ ਪਾਰਟੀਕਲ। ਤਾਂ ਫਸਟ ਜਿਹੜੀ ਕੰਡੀਸ਼ਨ ਹੈ ਮਤਲਬ ਸਾਈ x 0 ਹੋਣਾ ਚਾਹੀਦਾ ਐਟ x = 0, ਇਹਨੂੰ ਅਸੀਂ ਫਿਲ ਕਰਨਾ ਹੈ ਸੋਲਿਊਸ਼ਨ ਦੇ ਵਿੱਚ। ਤਾਂ ਸੋਲਿਊਸ਼ਨ ਤੁਹਾਡਾ ਕੀ ਸੀਗਾ ਸਾਈ = A sin kx plus B cos kx। ਇਹ ਤੁਹਾਡਾ ਸੋਲਿਊਸ਼ਨ ਜਿਹੜਾ ਜਸਟ ਹੁਣੇ ਤੁਸੀਂ ਪਿੱਛੇ ਨਿਕਾਲਿਆ। ਤਾਂ x ਦੀ ਵੈਲਿਊ ਜਿਹੜੀ ਹੈ ਉਹ ਤੁਸੀਂ 0 ਫਿਲ ਕਰਨੀ ਹੈ, ਸਾਈ x ਵੀ 0 ਹੋਣਾ ਚਾਹੀਦਾ। ਤਾਂ ਇਹਦਾ ਮਤਲਬ ਇੱਧਰ ਸਾਈਡ 0 ਆ ਗਿਆ, ਇੱਧਰ ਸਾਈ x ਦੀ ਵੈਲਿਊ ਹੈ, ਇੱਥੇ ਇਹਦੀ x ਦੀ ਵੈਲਿਊ ਅਤੇ ਇੱਥੇ ਵੀ x ਦੀ ਵੈਲਿਊ ਜਿਹੜੀ ਹੈ ਉਹ ਤੁਸੀਂ ਫਿਲ ਕੀਤੀ ਹੋਈ ਹੈ। ਤਾਂ ਸਾਈਨ 0 ਤਾਂ 0 ਹੁੰਦਾ ਹੈ ਬਟ cos 0 1 ਹੁੰਦਾ ਹੈ। ਤਾਂ ਇਸ ਲਈ ਇੱਥੇ ਸਿਰਫ ਤੁਹਾਡੇ ਕੋਲ B ਰਹਿ ਜਾਏਗਾ, ਇਹ ਵਾਲਾ ਪਾਰਟ ਵੀ ਖਤਮ ਹੋ ਜਾਏਗਾ। ਤਾਂ B ਦੀ ਇੱਥੋਂ ਅਸੀਂ ਤੁਹਾਨੂੰ ਵੈਲਿਊ ਮਿਲ ਗਈ ਕਿ ਜਿਹੜਾ B ਹੈ ਉਹ ਸਾਡਾ 0 ਹੋਣਾ ਚਾਹੀਦਾ। ਤਾਂ ਅਗਰ B 0 ਹੋ ਜਾਏਗਾ ਅਤੇ ਤੁਹਾਡੇ ਕੋਲ ਦੇਖੋ ਮੈਂ ਇੱਥੇ ਦੁਬਾਰਾ ਤੁਹਾਨੂੰ ਲਿਖ ਦਿੰਦੀ ਹਾਂ ਸਾਈ ਦੀ ਜਿਹੜੀ ਵੈਲਿਊ ਹੈ ਉਹ ਤੁਹਾਡੇ ਕੋਲ ਹੈਗੀ ਹੈ A
ਸਾਈਨ ਆਫ ਕੇ ਐਕਸ ਪਲਸ ਬੀ ਕੌਜ਼ ਆਫ ਕੇ ਐਕਸ। ਇਹ ਜਿਹੜੀ ਹੈ ਇਹ ਤੁਸੀਂ ਹੁਣੇ ਜਿਹੜਾ ਬੈਕ ਪੇਜ ਤੋਂ ਜਿਹੜਾ ਸੋਲਿਊਸ਼ਨ ਹੈ ਉਹ ਤੁਸੀਂ ਹੁਣੇ ਇਹਨੂੰ ਨਿਕਾਲਿਆ। तो फस्ट बाउंड्री कंडीशन ए वाली लगा के तुसीं देखिया कि बी की वैल्यू 0 है। अगर बी की वैल्यू 0 है तो फिर ए वाले ये वैल्यू 0 होगी, मतलब यह सारा फैक्टर जो तुहाडा 0 हो गया। तो तुहाडे कोल फंक्शन सिर्फ बचिया ए साइन के एक्स। ठीक है जी। हुण तुहाडे कोल ए वाला फंक्शन है, ਇਹਦੇ ਵਿੱਚ ਤੁਸੀਂ ਇਹ ਵਾਲੀ ਵੈਲਿਊ ਇਹ ਵਾਲੀ ਸੈਕਿੰਡ ਬਾਉਂਡਰੀ ਕੰਡੀਸ਼ਨ ਜਿਹੜੀ ਹੈ ਉਹ ਤੁਸੀਂ